कूच अध्याय 24। उसने मूसा ਨੂੰ ਆਖਿਆ, ਯਹੋਵਾ ਕੋਲ ਉਤਾਹਾਂ ਆਤੋ ਅਤੇ ਹਾਰੂਨ ਅਤੇ ਨਾਦਾਬ ਅਤੇ ਅਬੀਹੂ ਅਤੇ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ 70 ਅਤੇ ਤੁਸੀਂ ਦੂਰੋਂ ਮੱਥਾ ਟੇਕੋ। पर मूसा इकल्ला यहोवा कोल नेड़े आवे और ये नेड़े ना आउन ਅਤੇ ਲੋਕ ਵੀ ਉਹਦੇ ਨਾਲ ਉਤਾਹਾਂ ਨਾ ਆਉਣ। ਸੋ ਮੂਸਾ ਆਇਆ ਔਰ ਯਹੋਵਾ ਦੀਆਂ ਸਾਰੀਆਂ ਗੱਲਾਂ ਅਤੇ ਸਾਰੇ ਨਿਆਂ ਲੋਕਾਂ ਨੂੰ ਦੱਸੇ। ਤਾਂ ਸਾਰੇ ਲੋਕਾਂ ਨੇ ਇੱਕ ਆਵਾਜ਼ ਨਾਲ ਬੋਲ ਕੇ ਉੱਤਰ ਦਿੱਤਾ, ਸਾਰੀ ਗੱਲਾਂ ਜਿਹੜੀਆਂ ਯਹੋਵਾ ਬੋਲਿਆ ਹੈ ਅਸੀਂ ਕਰਾਂਗੇ। ਤਾਂ ਮੂਸਾ ਨੇ ਯਹੋਵਾ ਦੀਆਂ ਸਾਰੀਆਂ ਗੱਲਾਂ ਲਿਖੀਆਂ ਅਤੇ ਸਵੇਰ ਨੂੰ ਉੱਠ ਕੇ ਪਹਾੜ ਹੇਠ ਇੱਕ ਜਗਵੇਦੀ ਅਤੇ 12 ਥੰਮ ਇਸਰਾਏਲ ਦੇ 12 ਗੋਤਾਂ ਅਨੁਸਾਰ ਬਣਾਏ। ਉਸਨੇ ਇਸਰਾਏਲ ਦੇ ਕਬਰੂਆਂ ਨੂੰ ਕੱਲਿਆ ਅਤੇ ਉਹਨਾਂ ਨੂੰ ਯਹੋਵਾ ਲਈ ਹੋਮ ਦੀਆਂ ਬਲੀਆਂ ਅਤੇ ਸੁੱਖ ਸ਼ਾਂਤ ਦੀਆਂ ਬਲੀਆਂ ਬਲਦਾਂ ਤੋਂ ਚੜਾਈਆਂ। ਫਿਰ ਮੂਸਾ ਨੇ ਅੱਧਾ ਲਹੂ ਲੈ ਕੇ ਪਾਂਡਿਆਂ ਵਿੱਚੋਂ ਰੱਖਿਆ ਅਤੇ ਬਾਕੀ ਦਾ ਅੱਧਾ ਲਹੂ ਜਗਵੇਦੀ ਦੇ ਉੱਤੇ ਛਿੜਕਿਆ। ਔਰ ਉਸਨੇ ਨੇਮ ਦੀ ਪੋਥੀ ਲੈ ਕੇ ਲੋਕਾਂ ਦੇ ਕੰਨਾਂ ਵਿੱਚ ਪੜ੍ਹ ਕੇ ਸੁਣਾਈ ਅਤੇ ਉਹਨਾਂ ਨੂੰ ਆਖਿਆ, ਅਸੀਂ ਸਭ ਕੁਝ ਜੋ ਯਹੋਵਾ ਬੋਲਿਆ ਹੈ ਕਰਾਂਗੇ ਅਤੇ ਮੰਨਾਂਗੇ। ਉਪਰੰਤ ਮੂਸਾ ਨੇ ਲਹੂ ਲੈ ਕੇ ਲੋਕਾਂ ਉੱਤੇ ਛਿੜਕਿਆ ਔਰ ਆਖਿਆ, ਵੇਖੋ ਇਹ ਲਹੂ ਉਸ ਨੇਮ ਦਾ ਹੈ ਜਿਹੜਾ ਯਹੋਵਾ ਨੇ ਇਹਨਾਂ ਸਾਰੀਆਂ ਗੱਲਾਂ ਵਿੱਚ ਤੁਹਾਡੇ ਨਾਲ ਬੰਨਿਆ ਹੈ। ਤਾਂ ਮੂਸਾ और हारून और नादाब और अबीहू और इस्राएल दे 70 बुजुर्ग उताहां गए। फिर उन्होंने इस्राएल दे परमेश्वर ਨੂੰ ਡਿੱਟਾ ਅਤੇ ਉਸ ਦੇ ਪੈਰਾਂ ਹੇਠ ਨੀਲਮ ਦੇ ਪੱਥਰਾਂ ਦਾ ਫਰਸ਼ ਜਿਹਾ ਸੀ ਅਤੇ ਉਸ ਦੀ ਚਮਕਾਟ ਆਕਾਸ਼ ਦੀ ਵਰਗੀ ਸੀ। ਉਸ ਨੇ ਆਪਣੇ ਹੱਥ ਇਸਰਾਏਲੀਆਂ ਦੇ ਭਲੇ ਪੁਰਸ਼ਾਂ ਉੱਤੇ ਨਾ ਪਾਇਆ। ਸੋ ਉਹਨਾਂ ਨੇ ਪਰਮੇਸ਼ਰ ਦਾ ਦਰਸ਼ਨ ਕੀਤਾ ਔਰ ਉਹਨਾਂ ਨੇ ਖਾਧਾ ਪੀਤਾ। ਫਿਰ ਯਹੋਵਾ ਨੇ ਮੂਸਾ ਨੂੰ ਆਖਿਆ, ਮੇਰੇ ਕੋਲ ਪਹਾੜ ਉੱਤੇ ਆ ਅਤੇ ਉੱਤੇ ਰਹੋ ਤਾਂ ਜੋ ਮੈਂ ਤੈਨੂੰ ਪੱਥਰ ਦੀਆਂ ਪੱਟੀਆਂ ਅਤੇ ਵਿਵਸਥਾ ਅਤੇ ਹੁਕਮ ਜਿਹੜੇ ਮੈਂ ਉਹਨਾਂ ਦੀ ਸਿੱਖਿਆ ਲਈ ਲਿਖੇ ਹਨ ਦੇਵਾਂ। ਸੋ ਮੂਸਾ ਅਤੇ ਉਸਦਾ ਸੇਵਕ ਯਹੋਸ਼ੂਆ ਉੱਠੇ ਔਰ ਮੂਸਾ ਪਰਮੇਸ਼ਰ ਦੇ ਪਹਾੜ ਉੱਤੇ ਗਿਆ ਔਰ ਉਸਨੇ ਬਜ਼ੁਰਗਾਂ ਨੂੰ ਆਖਿਆ, ਤੁਸੀਂ ਸਾਡੇ ਲਈ ਇੱਥੇ ਠਹਿਰੋ ਜਦ ਤੱਕ ਅਸੀਂ ਤੁਹਾਡੇ ਕੋਲ ਨਾ ਮੁੜ ਆਈਏ। ਅਤੇ ਵੇਖੋ ਹਾरून ਅਤੇ ਹੂਰ ਤੁਹਾਡੇ ਨਾਲ ਹਨ। ਜੇ ਕਿਸੇ ਦੀ ਕੋਈ ਗੱਲ ਹੋਵੇ ਤਾਂ ਉਹਨਾਂ ਦੇ ਕੋਲ ਜਾਵੇ। ਸੋ ਮੂਸਾ ਪਹਾੜ ਉੱਤੇ ਚੜਿਆ ਅਤੇ ਬੱਦਲ ਪਹਾੜ ਉੱਤੇ ਛਾ ਗਿਆ ਔਰ ਯਹੋਵਾ ਦਾ ਪ੍ਰਤਾਪ ਸੀਨੇ ਪਹਾੜ ਉੱਤੇ ਠਹਿਰਿਆ ਅਤੇ ਬੱਦਲ ਉਸ ਉੱਤੇ 6 ਦਿਨ ਛਾਇਆ ਰਿਹਾ। ਤਾਂ 7ਵੇਂ ਦਿਨ ਉਸਨੇ ਬੱਦਲ ਦੇ ਵਿੱਚੋਂ ਮੂਸਾ ਨੂੰ ਸੱਦਿਆ। ਯਹੋਵਾ ਦੇ ਤੇਜ ਦਾ ਦਰਸ਼ਨ ਭਸਮ ਕਰਨ ਵਾਲੀ ਅੱਗ ਵਾਂਗੂ ਪਹਾੜ ਦੀ ਟੀਸੀ ਉੱਤੇ ਇਸਰਾਏਲੀਆਂ ਦੀਆਂ ਅੱਖਾਂ ਵਿੱਚ ਸੀ ਅਤੇ ਮੂਸਾ ਬੱਦਲ ਦੇ ਵਿਚਕਾਰ ਚੱਲਿਆ ਗਿਆ ਔਰ ਪਹਾੜ ਉੱਤੇ ਚੜ ਗਿਆ। ਤਾਂ ਮੂਸਾ ਪਹਾੜ ਉੱਤੇ 40 ਦਿਨ ਔਰ 40 ਰਾਤਾਂ ਰਿਹਾ। ਰਾਜਿਆਂ ਦੀ ਪਹਿਲੀ ਪੋਥੀ ਅਧਿਆਇ 18। ਬਹੁਤ ਦਿਨਾਂ ਤੋਂ ਮਗਰੋਂ ਯੂੰ ਹੋਇਆ ਕਿ ਯਹੋਵਾ ਦਾ ਵਚਨ ਏਲੀਆ ਕੋਲ ਤੀਜੇ ਵਰੇ ਵਿੱਚ ਆਇਆ, ਭਈ ਜਾ ਆਹਾਬ ਕੋਲ ਆਪਣੇ ਆਪ ਨੂੰ ਵਿਕਾ ਅਤੇ ਮੈਂ ਜ਼ਮੀਨ ਉੱਤੇ ਮੀਂਹ ਪਾਵਾਂਗਾ। ਸੋ ਏਲੀਆ ਆਪਣੇ ਆਪ ਨੂੰ ਆਹਾਬ ਕੋਲ ਵਿਕਾਉਣ ਲਈ ਤੁਰਿਆ ਅਤੇ ਸਾਮਰੀਆ ਵਿੱਚ ਸਖਤ ਕਾਲ ਸੀ। ਉਪਰੰਤ ਆਹਾਬ ਨੇ ਉਬਦਿਆ ਨੂੰ ਜੋ ਉਹਦੇ ਮਹਿਲ ਦਾ ਦੀਵਾਨ ਸੀ ਸੱਦਿਆ। ਉਬਦਿਆ ਯਹੋਵਾ ਕੋਲੋਂ ਬਹੁਤ ਡਰਦਾ ਸੀ। ਯੂੰ ਹੋਇਆ ਜਦ ਇਜ਼ਬਲ ਯਹੋਵਾ ਦੇ ਨਬੀਆਂ ਨੂੰ ਵੱਢਦੀ ਪਈ ਸੀ ਤਾਂ ਉਬਦਿਆ ਨੇ 100 ਨਬੀ ਲੈ ਕੇ ਉਹਨਾਂ ਨੂੰ 50-50 ਕਰਕੇ ਇੱਕ ਖੁਦਰ ਵਿੱਚ
ਲੁਕਾ ਲਿਆ ਅਤੇ ਉਹਨਾਂ ਨੂੰ ਅੰਨ ਪਾਣੀ ਦਿੱਤਾ। ਤਾਂ ਆਹਾਬ ਨੇ ਓਬਦਿਆ ਨੂੰ ਆਖਿਆ, ਇਹ ਦੇਸ਼ ਵਿੱਚ ਸਾਰੇ ਸੋਤਿਆਂ ਕੋਲ ਅਤੇ ਸਾਰੇ ਨਾਲੀਆਂ ਕੋਲ ਜਾ, ਸ਼ਾਇਦ ਸਾਨੂੰ ਖਾ ਲੱਭੇ ਅਤੇ ਅਸੀਂ ਕੋੜੇ ਕਚਰਾਂ ਨੂੰ ਜਿਉਂਦੇ ਰੱਖ ਸਕੀਏ ਔਰ ਡੰਗਰਾਂ ਨੂੰ ਨਾ ਗਵਾਈਏ। ਸੋ ਉਹਨਾਂ ਨੇ ਦੇਸ਼ ਦੇ ਵਿੱਚੋਂ ਲੰਘਣ ਲਈ ਉਹਨੂੰ ਵੰਡ ਦਿੱਤਾ। ਆਹਾਬ ਇਕੱਲਾ ਇੱਕ ਰਾਹ ਗਿਆ ਅਤੇ ਓਬਦਿਆ ਇਕੱਲਾ ਦੂਜੇ ਰਾਹ ਗਿਆ। ਜਦ ਓਬਦਿਆ ਰਾਹ ਵਿੱਚ ਸੀ ਤਾਂ ਵੇਖੋ ਏਲੀਆ ਉਸ ਨੂੰ ਮਿਲ ਗਿਆ ਅਤੇ ਉਸਨੇ ਉਹਨੂੰ ਸਿਆਤਾ ਅਤੇ ਮੂੰਹ ਪਰਨੇ ਡਿੱਗ ਕੇ ਆਖਿਆ, ਭਲਾ ਮੇਰਾ ਸੁਆਮੀ ਏਲੀਆ ਤੂੰ ਹੀ ਹੈ? ਉਸਨੇ ਆਖਿਆ, ਮੈਂ ਹੀ ਹਾਂ। ਜਾ ਆਪਣੇ ਮਾਲਕ ਨੂੰ ਆਖ ਪਈ, ਵੇਖੋ ਏਲੀਆ ਆਇਆ ਹੈ। ਤਾਂ ਉਸਨੇ ਆਖਿਆ, ਮੈਂ ਕੀ ਪਾਪ ਕੀਤਾ ਜੋ ਤੂੰ ਆਪਣੇ ਦਾਸ ਨੂੰ ਆਹਾਬ ਦੇ ਹੱਥ ਵਿੱਚ ਦੇਵੇਂ ਕਿ ਉਹ ਮੈਨੂੰ ਮਾਰ ਸੁੱਟੇ? ਜਿਉਂਦੇ ਯਹੋਵਾ ਤੇਰੇ ਪਰਮੇਸ਼ਰ ਦੀ ਸਹੁੰ, ਕੋਈ ਕੌਮ ਤੇ ਕੋਈ ਰਾਜ ਨਹੀਂ ਜਿੱਤੇ ਮੇਰੇ ਸੁਆਮੀ ਨੇ ਤੇਰੇ ਪਾਲਣ ਲਈ ਨਹੀਂ ਘੱਲਿਆ ਹੈ। ਜਦ ਉਹਨਾਂ ਨੇ ਆਖਿਆ ਕਿ ਉਹ ਇੱਥੇ ਨਹੀਂ, ਤਦ ਉਸਨੇ ਉਸ ਰਾਜ ਤੇ ਕੌਮ ਤੋਂ ਸਹੁੰ ਚੁਕਾਈ ਪਈ, ਉਹਨਾਂ ਨੇ ਤੈਨੂੰ ਨਹੀਂ ਲੱਭਿਆ। ਹੁਣ ਤੂੰ ਕਹਿੰਦਾ ਹੈ ਕਿ ਜਾ ਆਪਣੇ ਮਾਲਕ ਨੂੰ ਆਖ ਪਈ, ਵੇਖੋ ਏਲੀਆ ਆਇਆ ਹੈ ਅਤੇ ਯੂੰ ਹੋਵੇਗਾ ਕਿ ਜਦ ਮੈਂ ਤੇਰੇ ਕੋਲ ਚੱਲਿਆ ਜਾਵਾਂਗਾ ਤਾਂ ਯਹੋਵਾ ਦਾ ਆਤਮਾ ਤੈਨੂੰ ਕਬਰੇ ਕਿਤੇ ਲੈ ਜਾਵੇ ਅਤੇ ਜਾਂ ਮੈਂ ਜਾ ਕੇ ਆਹਾਬ ਨੂੰ ਦੱਸਾਂ ਅਤੇ ਤੂੰ ਉਹਨੂੰ ਨਾ ਲੱਭੇ ਤਾਂ ਉਹ ਮੈਨੂੰ ਵੱਢ ਸੁੱਟੇਗਾ। ਪਰ ਤੇਰਾ ਦਾਸ ਬਚਪਨ ਤੋਂ ਯਹੋਵਾ ਦਾ ਭੈ ਮੰਨਦਾ ਰਿਹਾ। ਭਲਾ ਮੇਰੇ ਸੁਆਮੀ ਨੂੰ ਉਹ ਨਹੀਂ ਦੱਸਿਆ ਗਿਆ ਜੋ ਮੈਂ ਕੀਤਾ ਜਦ ਇਜ਼ਬਲ ਯਹੋਵਾ ਦੀ ਨਬੀਆਂ ਨੂੰ ਵੱਢ ਰਹੀ ਸੀ? ਭਈ ਮੈਂ ਕਿੱਕਰ ਯਹੋਵਾ ਦੀ ਨਬੀਆਂ ਵਿੱਚੋਂ 100 ਮਨੁੱਖ 50-50 ਕਰਕੇ ਇੱਕ ਖੁੱਦਰ ਵਿੱਚ ਲੁਕਾ ਛੱਡੇ ਸਨ, ਨਾਲੇ ਉਹਨਾਂ ਨੂੰ ਅੰਨ ਪਾਣੀ ਦਿੱਤਾ ਸੀ। ਹੁਣ ਤੂੰ ਕਹਿੰਦਾ ਹੈ ਜਾ ਆਪਣੇ ਮਾਲਕ ਨੂੰ ਆਖ ਪਈ, ਵੇਖੋ ਏਲੀਆ ਆਇਆ ਹੈ, ਉਹ ਮੈਨੂੰ ਵੱਢ ਸੁੱਟੇਗਾ। ਤਾਂ ਏਲੀਆ ਨੇ ਆਖਿਆ, ਸੈਨਾ ਦੇ ਯਹੋਵਾ ਦੀ ਸਹੁੰ ਜਿਹਦੇ ਅੱਗੇ ਮੈਂ ਖਲੋਤਾ ਹਾਂ, ਮੈਂ ਅੱਜ ਆਪਣਾ ਆਪ ਉਹਨੂੰ ਸੱਚਮੁੱਚ ਵਿਖਾਵਾਂਗਾ। ਸੋ ਓਬਦਿਆ ਆਹਾਬ ਦੇ ਮਿਲਣ ਨੂੰ ਗਿਆ ਅਤੇ ਉਹਨੂੰ ਖਬਰ ਦਿੱਤੀ। ਤਾਂ ਆਹਾਬ ਏਲੀਆ ਦੇ ਮਿਲਣ ਨੂੰ ਆਇਆ। ਫਿਰ ਯੂੰ ਹੋਇਆ, ਜਦ ਆਹਾਬ ਨੇ ਏਲੀਆ ਨੂੰ ਡਿੱਠਾ ਤਦ ਆਹਾਬ ਨੇ ਉਸ ਨੂੰ ਆਖਿਆ, ਭਲਾ ਤੂੰ ਹੀ ਹੈ ਇਸਰਾਏਲ ਦੇ ਦੁੱਖ ਦੇਣ ਵਾਲਿਆ? ਤਾਂ ਉਸਨੇ ਆਖਿਆ, ਮੈਂ ਇਸਰਾਏਲ ਨੂੰ ਦੁੱਖ ਨਹੀਂ ਦਿੱਤਾ, ਸਗੋਂ ਤੈਂ ਅਤੇ ਤੇਰੇ ਪਿਤਾ ਦੇ ਘਰਾਣੇ ਨੇ ਜਦ ਤੁਸੀਂ ਯਹੋਵਾ ਦੇ ਹੁਕਮ ਨੂੰ ਛੱਡ ਦਿੱਤਾ ਅਤੇ ਬਾਲ ਦੇ ਮਗਰ ਚੱਲ ਪਏ, ਹੁਣ ਤੂੰ ਮੇਰੇ ਲਈ ਸਾਰਾ ਇਸਰਾਏਲ ਕਰਮਲ ਬਰਬਤ ਕੋਲ ਸੱਦ ਕੇ ਇਕੱਠਾ ਕਰ, ਨਾਲੇ ਬਾਲ ਦੇ 450 ਨਬੀ ਅਤੇ ਅਸੇਰਾ ਦੇਵੀ ਦੇ 400 ਨਬੀ ਜਿਹੜੇ ਇਜ਼ਬਲ ਦੇ ਲੰਗਰ ਵਿੱਚੋਂ ਖਾਂਦੇ ਹਨ। ਉਪਰੰਤ ਆਹਾਬ ਨੇ ਸਾਰੇ ਇਸਰਾਏਲੀਆਂ ਨੂੰ ਸੱਦਿਆ ਅਤੇ ਉਹਨਾਂ ਨਬੀਆਂ ਨੂੰ ਕਰਮਲ ਪਰਬਤ ਉੱਤੇ ਇਕੱਠਾ ਕੀਤਾ। ਤਾਂ ਏਲੀਆ ਸਾਰੇ ਲੋਕਾਂ ਕੋਲ ਆਇਆ ਅਤੇ ਉਹਨਾਂ ਨੂੰ ਆਖਿਆ, ਭਲਾ ਤੁਸੀਂ ਕਦ ਤੱਕ 2 ਕਿਆਲਾਂ ਉੱਤੇ ਲੰਗੜਾ ਕੇ ਚੱਲੋਗੇ? ਜੇ ਯਹੋਵਾ ਪਰਮੇਸ਼ਰ ਹੈ ਤਾਂ ਉਹਦੇ ਮਗਰ ਲੱਗੋ, ਪਰ ਜੇ ਬਾਲ ਹੈ ਤਾਂ ਉਹਦੇ ਮਗਰ ਲੱਗੋ। ਤਾਂ ਲੋਕਾਂ ਨੇ ਉਸ ਦੇ ਉੱਤਰ ਵਿੱਚ ਇੱਕ ਗੱਲ ਵੀ ਨਾ ਆਖੀ। ਤਾਂ ਏਲੀਆ ਨੇ ਲੋਕਾਂ ਨੂੰ ਆਖਿਆ, ਮੈਂ ਇਕੱਲਾ ਹੀ ਯਹੋਵਾ ਦਾ ਨਬੀ ਰਹਿ ਗਿਆ ਹਾਂ, ਪਰ ਬਾਲ ਦੇ ਨਬੀ 450 ਮਨੁੱਖ ਹਨ। ਉਹ ਸਾਨੂੰ 2 ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਔਰ ਉਹਨੂੰ ਟੋਏ ਟੋਏ ਕਰਕੇ ਬਾਲਣ ਦੇ ਉੱਤੇ ਰੱਖਣ, ਪਰ ਅੱਗ ਨਾ ਲਾਉਣ, ਅਤੇ ਮੈਂ ਦੂਜਾ ਬਲਦ ਤਿਆਰ ਕਰਾਂਗਾ ਅਤੇ ਉਹਨੂੰ ਬਾਲਣ ਉੱਤੇ ਰੱਖਾਂਗਾ, ਪਰ ਅੱਗ ਨਾ ਲਾਵਾਂਗਾ। ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾ ਦਾ ਨਾਮ ਲੈ ਕੇ ਪੁਕਾਰਾਂਗਾ। ਫਿਰ ਜਿਹੜਾ ਪਰਮੇਸ਼ਰ ਅੱਗ ਨਾਲ ਉੱਤਰ ਦੇਵੇ ਉਹ ਹੀ ਪਰਮੇਸ਼ਰ ਹੋਵੇ। ਤਾਂ ਸਭਨਾਂ ਲੋਕਾਂ ਨੇ ਉੱਤਰ ਦੇ ਕੇ ਆਖਿਆ, ਇਹ ਗੱਲ ਚੰਗੀ ਹੈ। ਤਦ ਏਲੀਆ ਨੇ ਬਾਲ ਦੇ ਨਬੀਆਂ ਨੂੰ ਆਖਿਆ, ਤੁਸੀਂ ਇੱਕ ਬਲਦ ਆਪਣੇ ਲਈ ਚੁਣ ਲਵੋ
ਅਤੇ ਤੁਸੀਂ ਪਹਿਲਾਂ ਉਹਨੂੰ ਤਿਆਰ ਕਰੋ, ਕਿਉਂ ਜੋ ਤੁਸੀਂ ਬਹੁਤੇ ਹੋ और अपने देवते का नाम लेके पुकारो पर अग ना लावो। सो उन्होंने वो बल्द जो उन्होंने मिलिया सी लेके तैयार किया अते सवेर तो दोपहर तक बाल दे नाम उते पुकारदे रहे, हे बाल साड़ी सुन। पर कुछ आवाज ना आई, ना कोई उत्तर देने वाला सी अते वो उस जगवेदी दे दुआले जो बनी हुई सी पुड़कदे फिरदे सन। दोपहर ਨੂੰ यूं होया कि एलिया ने उन्हां दा मखौल उड़ा के आख्या, ऊंची दे के बुलाओ, क्यों जो वो ਤਾਂ देवता है। की जानिए जो वो सोच विच होवे या लांबे गया होवे या वो सफर विच होवे या शायद सुता पिया होवे अते ਉਹਨੂੰ ਜਗਾਉਣਾ ਪਵੇ। तद ਉਹਨਾਂ ਨੇ ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਅਤੇ ਚੂਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲੁਹਾਨ ਹੋ ਗਏ। ਤਾਂ ਯੂੰ ਹੋਇਆ ਜਦ ਦੁਪਹਿਰ ਲੰਘ ਗਈ ਤਾਂ ਉਹ ਸੰਧਿਆ ਦੀ ਪੇਟ ਚੜਾਉਣ ਦੇ ਵੇਲੇ ਤਿੱਕਰ ਵਾਚਦੇ ਰਹੇ, ਪਰ ਨਾ ਕੋਈ ਆਵਾਜ਼, ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੋ ਕਰਨ ਵਾਲਾ ਸੀ। ਤਾਂ ਏਲੀਆ ਨੇ ਸਭਨਾ ਲੋਕਾਂ ਨੂੰ ਆਖਿਆ, ਮੇਰੇ ਨੇੜੇ ਆਵੋ। ਅਤੇ ਸਭ ਲੋਕ ਉਹਦੇ ਨੇੜੇ ਗਏ। ਤਾਂ ਉਸਨੇ ਯਹੋਵਾ ਦੀ ਟੁੱਟੀ ਹੋਈ ਜਗਵੇਦੀ ਦੀ ਮੁਰਾਮਤ ਕੀਤੀ। ਫਿਰ ਏਲੀਆ ਨੇ ਯਾਕੂਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ, ਜਿਨ੍ਹਾਂ ਨੂੰ ਯਹੋਵਾ ਦਾ ਬਚਨ ਯੂੰ ਆਇਆ ਕਿ ਤੇਰਾ ਨਾਮ ਇਸਰਾਏਲ ਹੋਵੇਗਾ, 12 ਪੱਥਰ ਲਏ ਅਤੇ ਇਨ੍ਹਾਂ ਪੱਥਰਾਂ ਨਾਲ ਯਹੋਵਾ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਜਗਵੇਦੀ ਦੇ ਚੁਫੇਰੇ ਉਸਨੇ ਅਜਿਹਾ ਵੱਡੀ ਕਾਈ ਪੁੱਟੀ ਜਿਹਦੇ ਵਿੱਚ 20 ਸੇਰ ਬੀਜ ਸਮਾ ਜਾਣ ਅਤੇ ਲੱਕੜੀਆਂ ਨੂੰ ਚਿਣੀਆਂ ਅਤੇ ਬਲਦ ਨੂੰ ਟੋਟੇ ਟੋਟੇ ਕਰਕੇ ਲੱਕੜੀਆਂ ਉੱਤੇ ਰੱਖੀਆਂ ਅਤੇ ਆਖਿਆ, 4 ਕੜੇ ਪਾਣੀ ਦੇ ਭਰ ਕੇ ਹੋਮ ਦੀ ਬਲੀ ਔਰ ਬਲਨ ਉੱਤੇ ਡੋਲ ਦਿਓ। ਤਾਂ ਉਸਨੇ ਆਖਿਆ, ਦੂਜੀ ਵਾਰ ਕਰੋ। ਸੋ ਉਹਨਾਂ ਨੇ ਦੂਜੀ ਵਾਰ ਕੀਤਾ। ਫਿਰ ਉਸਨੇ ਕਿਹਾ, ਤੀਜੀ ਵਾਰ ਕਰੋ। ਸੋ ਉਹਨਾਂ ਨੇ ਤੀਜੀ ਵਾਰ ਕੀਤਾ। ਉਹ ਪਾਣੀ ਜਗਵੇਦੀ ਦੇ ਚੁਫੇਰੇ ਵਗਿਆ ਅਤੇ ਉਸਨੇ ਕਾਈ ਪਾਣੀ ਨਾਲ ਭਰ ਦਿੱਤੀ। ਤਾਂ ਤਕਾਲਾਂ ਦੀ ਪੇਟ ਚੜਾਉਣ ਦੇ ਵੇਲੇ यूं होया कि एलिया नबी ने नेड़े आके आखिया, हे यहोवा अब्राहम, इसहाक ते इस्राएल दे परमेश्वर, अज मालूम हो जावे कि तू इस्राएल विच परमेश्वर है ਅਤੇ ਮੈਂ ਤੇਰਾ ਦਾਸ ਹਾਂ ਅਤੇ ਮੈਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਤੇਰੇ ਵਚਨ ਨਾਲ ਕੀਤਾ ਹੈ। ਮੇਰੀ ਸੁਣ, हे यहोवा मेरी सुन, जो ये लोग जानन कि तू ही यहोवा परमेश्वर है ਅਤੇ ਤੈਂ ਉਹਨਾਂ ਦਾ ਮਨ ਮੋੜ ਲਿਆ ਹੈ। ਤਦ ਯਹੋਵਾ ਦੀ ਅੱਗ ਆਣ ਪਈ ਅਤੇ ਉਸਨੇ ਹੋਮ ਦੀ ਬਲੀ और बालन और पत्थरा और मिट्टी ਨੂੰ ਸਾੜ ਸੁੱਟਿਆ ਅਤੇ ਜੋ ਪਾਣੀ ਕਾਈ ਵਿੱਚ ਸੀ ਉਹਨੂੰ ਚੱਟ ਲਿਆ। ਜਦ ਲੋਕਾਂ ਨੇ ਇਹ ਵੇਖਿਆ तद वो मुँहा पार डिगे और आखिया, यहोवा ओहो परमेश्वर है, यहोवा ओहो परमेश्वर है। ਤਾਂ ਏਲੀਆ ਨੇ ਉਹਨਾਂ ਨੂੰ ਆਖਿਆ, ਬਾਲ ਦੇ ਨਬੀਆਂ ਨੂੰ ਫੜ ਲਓ, ਉਹਨਾਂ ਵਿੱਚੋਂ ਇੱਕ ਵੀ ਨਾ ਬਚ ਨਿਕਲਣ। ਸੋ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਅਤੇ ਏਲੀਆ ਨੇ ਉਹਨਾਂ ਨੂੰ ਕੀਸੋਨ ਦੇ ਨਾਲੇ ਹੇਠਾਂ ਲੈ ਜਾ ਕੇ ਉੱਤੇ ਉਹਨਾਂ ਨੂੰ ਵੱਢ ਸੁੱਟਿਆ। ਤਦ ਏਲੀਆ ਨੇ ਆਹਾਬ ਨੂੰ ਆਖਿਆ, ਚੜ ਜਾ ਅਤੇ ਖਾ ਪੀ, ਕਿਉਂ ਜੋ ਤੁਹਾਡੇ ਮੀਂਹ ਦੀ ਆਵਾਜ਼ ਆਈ ਹੈ। ਸੋ ਆਹਾਬ ਖਾਣ ਪੀਣ ਨੂੰ ਚੜਿਆ ਅਤੇ ਏਲੀਆ ਕਰਮਲ ਦੀ ਟੀਸੀ ਉੱਤੇ ਚੜਿਆ ਅਤੇ ਧਰਤੀ ਤੱਕ ਨਿਵਿਆ ਔਰ ਆਪਣਾ ਮੂੰਹ ਗੋੜਿਆਂ ਵਿੱਚ ਰੱਖਿਆ। ਤਾਂ ਉਸਨੇ ਆਪਣੇ ਬਾਲਕੇ ਨੂੰ ਆਖਿਆ, ਚੜ ਕੇ ਸਮੁੰਦਰ ਵੱਲ ਵੇਖ। ਉਹ ਚੜਿਆ, ਜਦ ਵੇਖਿਆ ਤਾਂ ਆਖਿਆ, ਕੁਝ ਨਹੀਂ ਹੈ। ਫਿਰ ਉਸਨੇ ਆਖਿਆ,
7 ਵਾਰ ਮੁੜ ਜਾ। ਤਾਂ 7ਵੀਂ ਵਾਰ ਇਉਂ ਹੋਇਆ ਕਿ ਉਹਨੇ ਆਖਿਆ, ਵੇਖ ਇੱਕ ਨਿੱਕਾ ਬੱਦਲ ਆਦਮੀ ਦੇ ਹੱਥ ਜਿਹਾ ਸਮੁੰਦਰੋਂ ਉੱਠ ਰਿਹਾ ਹੈ। ਤਾਂ ਉਸਨੇ ਆਖਿਆ, ਜਾ ਆਹਾਬ ਨੂੰ ਆਖ ਪਏ ਰੱਦ ਜੋੜ ਕੇ ਹੇਠਾਂ ਜਾਓ ਤਾਂ ਜੋ ਮੀਂਹ ਤੁਹਾਨੂੰ ਨਾ ਅਟਕਾਵੇ। ਇੰਨੇ ਵਿੱਚ ਇਉਂ ਹੋਇਆ ਕਿ ਆਕਾਸ਼ ਘੰਟਾ ਔਰ ਹਵਾ ਨਾਲ ਕਾਲਾ ਹੋ ਗਿਆ ਅਤੇ ਡਾਢਾ ਮੀਂਹ ਵਰਿਆ। ਤਾਂ ਆਹਾਬ ਚੜ ਕੇ ਇਸਰਾਏਲ ਨੂੰ ਗਿਆ ਅਤੇ ਯਹੋਵਾ ਦਾ ਹੱਥ ਏਲੀਆ ਦੇ ਉੱਤੇ ਸੀ, ਸੋ ਉਹ ਆਪਣਾ ਲੱਕ ਬਣ ਕੇ ਆਹਾਬ ਦੇ ਅੱਗੇ ਇਸਰਾਏਲ ਦੇ ਲਾਂਘੇ ਤੀਕ ਭੱਜਿਆ ਗਿਆ। ਜਬਰਾਂ ਦੀ ਪੋਥੀ ਅਧਿਆਇ 42। ਜਿਵੇਂ ਹਰਨੀ ਪਾਣੀ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀ ਹੇ ਪਰਮੇਸ਼ਰ ਤੇਰੇ ਲਈ ਤਰਸਦਾ ਹੈ। ਮੇਰਾ ਜੀ ਪਰਮੇਸ਼ਰ ਦੇ ਲਈ, ਜੀਉਂਦੇ ਪਰਮੇਸ਼ਰ ਦੇ ਲਈ ਤਿਗਾਇਆ ਹੈ। ਮੈਂ ਕਦੋਂ ਜਾਵਾਂ ਅਤੇ ਪਰਮੇਸ਼ਰ ਦੇ ਸਨਮੁਖ ਹਾਜ਼ਰ ਹੋਵਾਂ। ਮੇਰਾ ਭੋਜਨ ਦਿਨੋਂ ਰਾਤ ਮੇਰੀ ਅੰਜੂ ਹਨ। ਜਦੋਂ ਉਹ ਸਾਰਾ ਦਿਨ ਇਹ ਆਖਦੇ ਹਨ, ਤੇਰਾ ਪਰਮੇਸ਼ਰ ਹੈ ਕਿਤੇ। ਇਹ ਗੱਲਾਂ ਮੈਂ ਚੇਤੇ ਕਰਦਾ ਹਾਂ ਤਾਂ ਮੇਰਾ ਜੀ ਪਰ ਆਉਂਦਾ ਹੈ। ਭਾਈ ਮੈਂ ਕਿਸ ਤਰ੍ਹਾਂ ਪੀੜ ਦੇ ਨਾਲ ਲੰਘਦਾ ਹੁੰਦਾ ਸਾਂ ਅਤੇ ਬਹੁਤ ਸਾਰੇ ਤੀਰਥੀਆਂ ਨੂੰ ਪਰਮੇਸ਼ਰ ਦੇ ਘਰ ਜਲੂਮ ਵਿੱਚ ਜੈ ਜੈਕਾਰ ਤੇ ਧੰਨਵਾਦ ਦੇ ਸ਼ਬਦ ਨਾਲ ਲੈ ਜਾਂਦਾ ਹੁੰਦਾ ਸਾਂ। ਹੇ ਮੇਰੇ ਜੀ, ਤੂੰ ਕਿਉਂ ਚੁੱਕਿਆ ਹੋਇਆ ਹੈ ਅਤੇ ਮੇਰੇ ਵਿੱਚ ਕਿਉਂ ਵਿਆਕੁਲ ਹੈ। ਪਰਮੇਸ਼ਰ ਉੱਤੇ ਆਸਾ ਰੱਖ। ਮੈਂ ਤਾਂ ਉਸਦੇ ਮੁਕੜੇ ਦੇ ਬਚਾਵਾਂ ਲਈ ਫਿਰ ਉਸਦਾ ਧੰਨਵਾਦ ਕਰਾਂਗਾ। ਹੇ ਮੇਰੇ ਪਰਮੇਸ਼ਰ, ਮੇਰਾ ਜੀ ਮੇਰੇ ਅੰਦਰ ਚੁੱਕਿਆ ਹੋਇਆ ਹੈ। ਇਸ ਕਾਰਨ ਮੈਂ ਯਰਦਨ ਔਰ ਹਰਮੋਨ ਦੀ ਧਰਤੀ ਤੋਂ ਅਤੇ ਮਿਸਰ ਦੇ ਪਰਬਤ ਤੋਂ ਤੇਰਾ ਸਿਮਰਨ ਕਰਾਂਗਾ। ਤੇਰੇ ਪਾਣੀ ਦੀਆਂ ਧਾਰਾਂ ਦਾ ਸ਼ੋਰ ਸੁਣ ਕੇ ਡੂੰਘਿਆਈ ਡੂੰਘਿਆਈ ਨੂੰ ਪੁਕਾਰਦੀ ਹੈ। ਤੇਰੀਆਂ ਸਾਰੀਆਂ ਟਾਟਾਂ ਔਰ ਲਹਿਰਾਂ ਮੇਰੇ ਸਿਰ ਦੇ ਉੱਤੇ ਦੀ ਲੰਘ ਗਈਆਂ। ਦਿਨ ਨੂੰ ਯਹੋਵਾ ਆਪਣੀ ਦਇਆ ਦੀ ਆਗਿਆ ਦੇਵੇਗਾ ਅਤੇ ਰਾਤ ਨੂੰ ਉਹਦਾ ਗੀਤ ਮੇਰੇ ਨਾਲ ਹੋਵੇਗਾ। ਉਹ ਮੇਰੇ ਜੀਵਨ ਦੇ ਪਰਮੇਸ਼ਰ ਅੱਗੇ ਇੱਕ ਪ੍ਰਾਰਥਨਾ ਹੋਵੇਗਾ। ਪਰਮੇਸ਼ਰ ਨੂੰ ਜੋ ਮੇਰੀ ਚਟਾਨ ਹੈ, ਮੈਂ ਆਖਾਂਗਾ, ਤੂੰ ਮੈਨੂੰ ਕਿਉਂ ਭੁੱਲ ਗਿਆ ਹੈ। ਮੈਂ ਕਿਉਂ ਵੇਰੀ ਦੇ ਹਨੇਰੇ ਦੇ ਮਾਰੇ ਵਿਰਲਾਪ ਕਰਦਾ ਫਿਰਦਾ ਹਾਂ। ਮੇਰੇ ਵਿਰੋਧੀ ਮੈਨੂੰ ਉਲਾਂਭਾ ਦਿੰਦੇ ਹਨ। ਜਾਣੋ, ਇਹ ਮੇਰੀਆਂ ਹੱਡੀਆਂ ਦਾ ਚੂਰ ਚੂਰ ਹੋਣਾ ਹੈ। ਜਦੋਂ ਉਹ ਦਿਨ ਪਰ ਮੈਨੂੰ ਕਹੀ ਜਾਂਦੇ ਹਨ, ਕਿੱਥੇ ਹੈ ਤੇਰਾ ਪਰਮੇਸ਼ਰ। ਹੇ ਮੇਰੇ ਜੀ, ਤੂੰ ਕਿਉਂ ਚੁੱਕਿਆ ਹੋਇਆ ਹੈ ਅਤੇ ਮੇਰੇ ਵਿੱਚ ਵਿਆਕੁਲ ਹੈ। ਪਰਮੇਸ਼ਰ ਉੱਤੇ ਆਸਾ ਰੱਖ। ਮੈਂ ਤਾਂ ਉਸ ਦਾ ਫਿਰ ਧੰਨਵਾਦ ਕਰਾਂਗਾ, ਜਿਹੜਾ ਮੇਰੇ ਮੁਕੜੇ ਦਾ ਬਚਾਓ ਔਰ ਮੇਰਾ ਪਰਮੇਸ਼ਰ ਹੈ। ਲੂਕਾ ਦੀ ਇੰਜੀਲ ਅਧਿਆਇ 15। ਸਭ ਮਸੂਲੀਏ ਔਰ ਪਾਪੀ ਉਹਦੀ ਸੁਣਨ ਲਈ ਉਹਦੇ ਨੇੜੇ ਆਉਂਦੇ ਸਨ ਅਤੇ ਫਰੀਸੀ ਅਤੇ ਔਰ ਗ੍ਰੰਥੀ ਦੋਵੇਂ ਬੁੜਬੁੜਾ ਕੇ ਬੋਲੇ, ਭਈ ਇਹ ਤਾਂ ਪਾਪੀਆਂ ਨੂੰ ਕਬੂਲ ਕਰਦਾ ਹੈ ਅਤੇ ਉਹਨਾਂ ਨਾਲ ਖਾਂਦਾ ਹੈ। ਤਾਂ ਉਸਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਆਖਿਆ, ਤੁਸਾਂ ਵਿੱਚੋਂ ਕਿਹੜਾ ਮਨੁੱਖ ਹੈ ਜਿਹਦੇ ਕੋਲ 100 ਭੇਡਾਂ ਹੋਣ ਔਰ ਜੇ ਉਹਨਾਂ ਵਿੱਚੋਂ ਇੱਕ ਗਵਾਚ ਜਾਵੇ ਤਾਂ ਉਹ ਉਹਨਾਂ 99 ਨੂੰ ਉਜਾੜ ਵਿੱਚ ਛੱਡ ਕੇ ਉਸ ਬਾਜੀ ਹੋਈ ਦੀ ਭਾਲ ਵਿੱਚ ਨਾ ਜਾਵੇ, ਜਦ ਤਾਈ ਉਹ ਉਸ ਨੂੰ ਨਾ ਲੱਭੇ। ਔਰ ਜਾਂ ਲੱਭ ਪਵੇ ਤਾਂ ਉਹਨੂੰ ਖੁਸ਼ੀ ਨਾਲ ਆਪਣੀਆਂ ਮੋਢਿਆਂ ਉੱਤੇ ਰੱਖ ਲੈਂਦਾ ਅਤੇ ਘਰ ਜਾ ਕੇ ਆਪਣੀ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਹਨਾਂ ਨੂੰ ਆਖਦਾ ਹੈ, ਭਈ ਮੇਰੇ ਨਾਲ ਆਨੰਦ ਕਰੋ, ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਭੇਡ ਲੱਭੀ ਹੈ। ਮੈਂ ਤੁਹਾਨੂੰ ਆਖਦਾ ਹਾਂ, ਜੋ ਇਸੇ ਤਰ੍ਹਾਂ ਸਵਰਗ ਵਿੱਚ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀ ਨਾਲੋਂ
ਜਿਨ੍ਹਾਂ ਨੂੰ ਤੋਬਾ ਕਰਨ ਦੀ ਲੋੜ ਨਹੀਂ, ਬਹੁਤ ਖੁਸ਼ੀ ਹੋਵੇਗੀ। ਕਿਹੜੀ ਤੀਵੀ ਹੈ ਜਿਹਦੇ ਕੋਲ 10 ਅਟਣੀਆਂ ਹੋਣ, ਜੇ ਇੱਕ ਅਟਣੀ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਨੂੰ ਹੂੰਜ ਹਾਂਜ ਕੇ ਉਹਨੂੰ ਯਤਨ ਨਾਲ ਨਾ ਢੂੰਡੇ ਜਦ ਤੀਕਰ ਉਹਨੂੰ ਨਾ ਲੱਭੇ, ਔਰ ਜਾਂ ਲੱਭ ਲਈ ਤਾਂ ਆਪਣੀਆਂ ਸਹੇਲੀਆਂ ਅਤੇ ਗੁਆਂਢੀਆਂ ਨੂੰ ਇਕੱਠੀਆਂ ਬੁਲਾ ਤੇ ਆਖਦੀ ਹੈ, ਮੇਰੇ ਨਾਲ ਆਨੰਦ ਕਰੋ, ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਅਟਣੀ ਲੱਭੀ ਹੈ। ਮੈਂ ਤੁਹਾਨੂੰ ਆਖਦਾ ਹਾਂ ਭਾਈ, ਇਸੇ ਤਰ੍ਹਾਂ ਪਰਮੇਸ਼ਰ ਦੀਆਂ ਦੂਤਾਂ ਦੇ ਅੱਗੇ ਇੱਕ ਤੋਬਾ ਕਰਨ ਵਾਲੇ ਪਾਪੀ ਦੇ ਕਾਰਨ ਖੁਸ਼ੀ ਹੁੰਦੀ ਹੈ। ਫਿਰ ਉਸਨੇ ਕਿਹਾ ਕਿ ਇੱਕ ਮਨੁੱਖ ਦੇ 2 ਪੁੱਤਰ ਸਨ ਅਤੇ ਉਹਨਾਂ ਵਿੱਚੋਂ ਛੋਟੇ ਨੇ ਪਿਓ ਨੂੰ ਆਖਿਆ, ਪਿਤਾ ਜੀ, ਮਾਲ ਦਾ ਜਿਹੜਾ ਹਿੱਸਾ ਮੈਨੂੰ ਪਹੁੰਚਦਾ ਹੈ ਸੋ ਮੈਨੂੰ ਦੇ ਦਿਓ। ਤਾਂ ਉਸਨੇ ਉਹਨਾਂ ਨੂੰ ਪੂੰਜੀ ਵੰਡ ਦਿੱਤੀ। ਥੋੜੇ ਦਿਨਾਂ ਪਿੱਛੋਂ ਛੋਟਾ ਪੁੱਤਰ ਸਭੋ ਕੁਝ ਇਕੱਠਾ ਕਰਕੇ ਦੂਰ ਦੇਸ਼ ਨੂੰ ਚਲਿਆ ਗਿਆ ਔਰ ਉੱਤੇ ਆਪਣਾ ਮਾਲ ਬਦ ਚਲਣੀ ਨਾਲ ਉਡਾ ਦਿੱਤਾ। ਜਾਂ ਉਹ ਸਭ ਖਰਚ ਕਰ ਚੁੱਕਿਆ ਤਾਂ ਉਸ ਦੇਸ਼ ਵਿੱਚ ਵੱਡਾ ਖਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਅਤੇ ਉਸਨੇ ਉਹਨੂੰ ਆਪਣੀਆਂ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ ਔਰ ਉਹ ਉਹਨਾਂ ਚਿਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿਨੇ ਉਹਨੂੰ ਕੁਝ ਨਾ ਦਿੱਤਾ। ਪਰ ਉਹਨੇ ਸੂਰਤ ਵਿੱਚ ਆਣ ਕੇ ਕਿਹਾ, ਭਾਈ, ਮੇਰੇ ਪਿਓ ਦੇ ਕਿੰਨੇ ਹੀ ਕਾਮਿਆਂ ਲਈ ਵਾਪਰ ਰੋਟੀਆਂ ਹਨ ਅਤੇ ਮੈਂ ਇੱਥੇ ਭੁੱਖਾ ਮਰਦਾ ਹਾਂ। ਮੈਂ ਉੱਠ ਕੇ ਆਪਣੇ ਪਿਓ ਕੋਲ ਜਾਵਾਂਗਾ ਅਤੇ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸਦਾਵਾਂ। ਮੈਨੂੰ ਆਪਣੀਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਓ ਕੋਲ ਗਿਆ, ਪਰ ਉਹ ਅਜੇ ਦੂਰ ਹੀ ਸੀ ਕਿ ਉਹਦੇ ਪਿਓ ਨੇ ਉਹਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਔਰ ਦੌੜ ਕੇ ਗਲੇ ਲਾ ਲਿਆ ਅਤੇ ਉਹਨੂੰ ਚੁੰਮਿਆ। ਔਰ ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ, ਮੈਂ ਅਸਮਾਨ ਦੇ ਵਿਰੁੱਧ ਔਰ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸਦਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਵਸਤਰ ਚੇਤੇ ਕੱਢ ਕੇ ਇਹਨੂੰ ਪਹਿਨਾਓ ਔਰ ਇਹਦੇ ਹੱਥ ਵਿੱਚ ਅੰਗੂਠੀ ਔਰ ਪੈਰੀ ਜੁੱਤੀ ਪਾਵੋ ਅਤੇ ਪਲਿਆ ਹੋਇਆ ਬੱਚਾ ਲਿਆ ਕੇ ਕੱਟੋ, ਪਈ ਖਾਈਏ ਅਤੇ ਖੁਸ਼ੀ ਮਨਾਈਏ, ਕਿਉਂ ਜੋ ਮੇਰਾ ਇਹ ਪੁੱਤਰ ਮੋਇਆ ਹੋਇਆ ਸੀ ਅਤੇ ਫਿਰ ਜੀ ਪਿਆ ਹੈ, ਗੁਆਚ ਗਿਆ ਸੀ ਅਤੇ ਫਿਰ ਲੱਭ ਪਿਆ ਹੈ। ਸੋ ਉਹ ਲੱਗੇ ਖੁਸ਼ੀ ਕਰਨ। ਪਰ ਉਹਦਾ ਵੱਡਾ ਪੁੱਤਰ ਖੇਤ ਵਿੱਚ ਸੀ ਔਰ ਜਾ ਉਹ ਆਣ ਕੇ ਘਰ ਦੇ ਨੇੜੇ ਅੱਪੜਿਆ ਤਾਂ ਗਾਉਣ ਬਜਾਉਣ ਦੇ ਨੱਚਣ ਦੀ ਆਵਾਜ਼ ਸੁਣੀ। ਤਦ ਨੌਕਰਾਂ ਵਿੱਚੋਂ ਇੱਕ ਨੇ ਆਪਣੇ ਕੋਲ ਸੱਦ ਕੇ ਪੁੱਛਿਆ, ਭਈ ਇਹ ਕੀ ਹੈ? ਉਸਨੇ ਉਹਨੂੰ ਆਖਿਆ, ਤੇਰਾ ਭਰਾ ਆਇਆ ਹੈ ਔਰ ਤੇਰੇ ਪਿਓ ਨੇ ਪਲਿਆ ਹੋਇਆ ਬੱਚਾ ਕੱਟਿਆ ਹੈ, ਇਸ ਲਈ ਜੋ ਉਹਨੂੰ ਭਲਾ ਚੰਗਾ ਪਾਇਆ। ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹਦਾ ਜੀ ਨਾ ਕੀਤਾ। ਸੋ ਉਹਦਾ ਪਿਓ ਬਾਹਰ ਆਣ ਕੇ ਉਹਨੂੰ ਮਨਾਉਣ ਲੱਗਾ, ਪਰ ਉਹਨ ਆਪਣੇ ਪਿਓ ਨੂੰ ਉੱਤਰ ਦਿੱਤਾ, ਵੇਖ, ਮੈਂ ਇੰਨੇ ਵਰ੍ਹਿਆਂ ਤੋਂ ਤੁਹਾਡੀ ਟਹਿਲ ਕਰਦਾ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ, ਪਰ ਤੁਸਾਂ ਮੈਨੂੰ ਕਦੇ ਇੱਕ ਪਟੋਰਾ ਵੀ ਨਾ ਦਿੱਤਾ ਜੋ ਮੈਂ ਆਪਣੀਆਂ ਬੇਲੀਆਂ ਨਾਲ ਖੁਸ਼ੀ ਕਰਾਂ। ਪਰ ਜਦ ਤੁਹਾਡਾ ਇਹ ਪੁੱਤਰ ਆਇਆ ਜਿਨੇ ਕੰਜਰੀਆਂ ਦੇ ਮੂੰਹ ਤੇਰੀ ਪੂੰਜੀ ਉਡਾ ਦਿੱਤੀ, ਤੁਸਾਂ ਉਹਦੇ ਲਈ ਪਲਿਆ ਹੋਇਆ ਬੱਚਾ ਕੱਟਿਆ।
ਪਰ ਉਹਨ ਉਸ ਨੂੰ ਆਖਿਆ, ਬੱਚਾ ਤੂੰ ਸਦਾ ਮੇਰੇ ਨਾਲ ਹੈ ਅਤੇ ਮੇਰਾ ਸਭ ਕੁਝ ਤੇਰਾ ਹੈ। ਪਰ ਖੁਸ਼ੀ ਕਰਨੀ ਅਤੇ ਆਨੰਦ ਕਰਨਾ ਯੋਗ ਸੀ, ਕਿਉਂਕਿ ਤੇਰਾ ਇਹ ਭਰਾ ਮੋਇਆ ਹੋਇਆ ਸੀ ਅਤੇ ਫਿਰ ਜੀ ਪਿਆ ਹੈ, ਔਰ ਗੁਆਚ ਗਿਆ ਸੀ ਅਤੇ ਹੁਣ ਲੱਭ ਪਿਆ ਹੈ। ਲੂਕਾ ਦੀ ਇੰਜੀਲ ਅਧਿਆਇ 16। ਉਸਨੇ ਚੇਲਿਆਂ ਨੂੰ ਵੀ ਆਖਿਆ ਕਿ ਇੱਕ ਧਨਵਾਨ ਮਨੁੱਖ ਸੀ ਜਿਹਦਾ ਇੱਕ ਮੁਖਤਿਆਰ ਹੈ ਸੀ ਅਤੇ ਇਹਦਾ ਗਿਲਾ ਉਹਦੇ ਕੋਲ ਕੀਤਾ ਗਿਆ ਜੋ ਉਹ ਤੇਰਾ ਮਾਲ ਉਡਾਉਂਦਾ ਹੈ। ਤਾਂ ਉਸਨੇ ਉਹਨੂੰ ਸੱਦ ਕੇ ਉਹਨੂੰ ਆਖਿਆ, ਭਈ ਇਹ ਕੀ ਹੈ ਜੋ ਮੈਂ ਤੇਰੇ ਵਿਖੇ ਸੁਣਦਾ ਹਾਂ? ਆਪਣੀ ਮੁਖਤਿਆਰੀ ਦਾ ਹਿਸਾਬ ਦਿਓ, ਕਿਉਂ ਜੋ ਤੂੰ ਅੱਗੇ ਨੂੰ ਮੁਖਤਿਆਰ ਨਹੀਂ ਰਹਿ ਸਕਦਾ। ਉਸ ਮੁਖਤਿਆਰ ਨੇ ਆਪਣੀ ਜੀ ਵਿੱਚ ਕਿਹਾ, ਮੈਂ ਕੀ ਕਰਾਂ, ਕਿਉਂ ਜੋ ਮੇਰਾ ਮਾਲਕ ਮੁਖਤਿਆਰੀ ਮੈਥੋਂ ਖੋਹਣ ਲੱਗਾ ਹੈ। ਕਈ ਮੇਰੇ ਕੋਲੋਂ ਮਾਰੀ ਨਹੀਂ ਜਾਂਦੀ ਅਤੇ ਭਿਖਿਆ ਮੰਗਣ ਤੋਂ ਮੈਨੂੰ ਲਾਜ ਆਉਂਦੀ ਹੈ। ਮੈਂ ਜਾਣ ਗਿਆ ਭਈ ਕੀ ਕਰਾਂਗਾ। ਤਾਂ ਜਿਸ ਵੇਲੇ ਮੈਂ ਮੁਖਤਿਆਰੀਓਂ ਹਟਾਇਆ ਜਾਵਾਂ ਉਹ ਮੈਨੂੰ ਆਪਣੀਆਂ ਘਰਾਂ ਵਿੱਚ ਕਬੂਲ ਕਰਨ। ਤਾਂ ਉਸਨੇ ਆਪਣੇ ਮਾਲਕਾਂ ਦੇ ਕਰਜ਼ਾਈਆਂ ਨੂੰ ਇੱਕ ਇੱਕ ਕਰਕੇ ਕੋਲ ਸੱਦਿਆ ਅਤੇ ਪਹਿਲੇ ਨੂੰ ਕਿਹਾ, ਤੈਂ ਮੇਰਾ ਮਾਲਕ ਦਾ ਕਿੰਨਾ ਦੇਣਾ ਹੈ? ਉਹ ਬੋਲਿਆ, 100 ਮਣ ਤੇਲ। ਫਿਰ ਉਹਨੇ ਉਸਨੂੰ ਆਖਿਆ, ਭਈ ਆਪਣੀ ਬਹੀ ਲੈ ਅਤੇ ਬੈਠ ਕੇ ਛੇਤੀ 50 ਲਿਖ। ਫਿਰ ਦੂਏ ਨੇ ਕਿਹਾ, ਤੈਂ ਕਿੰਨਾ ਦੇਣਾ ਹੈ? ਉਸ ਆਖਿਆ, 100 ਮਾਣੀ ਕਣਕ। ਉਹ ਉਸਨੂੰ ਆਖਿਆ, ਭਈ ਆਪਣੀ ਬਹੀ ਲੈ ਕੇ 80 ਲਿਖ। ਤਾਂ ਮਾਲਕ ਨੇ ਉਸ ਨਿਮਕਰਾਮ ਮੁਖਤਿਆਰ ਦੀ ਵਡਿਆਈ ਕੀਤੀ, ਇਸ ਲਈ ਜੋ ਉਹਨੇ ਚਤੁਰਤਾਈ ਕੀਤੀ ਸੀ, ਕਿਉਂ ਜੋ ਇਸ ਯੁੱਗ ਦੇ ਪੁੱਤਰ ਆਪਣੀ ਪਹਿੜੀ ਵਿੱਚ ਚਾਨਣ ਦੇ ਪੁੱਤਰਾਂ ਨਾਲੋਂ ਚਾਤਰ ਹਨ। ਮੈਂ ਤੁਹਾਨੂੰ ਆਖਦਾ ਹਾਂ ਭਈ ਕੁਦਰਤ ਦੀ ਮਾਇਆ ਨਾਲ ਆਪਣੇ ਲਈ ਮਿੱਤਰ ਬਣਾਵੋ, ਤਾਂ ਜਿਸ ਵੇਲੇ ਉਹ ਚਾਹੁੰਦੀ ਰਹੇ ਉਹ ਤੁਹਾਨੂੰ ਸਦੀਵ ਕਾਲ ਦੇ ਰਹਿਣ ਵਾਲੇ ਡੇਰਿਆਂ ਵਿੱਚ ਕਬੂਲ ਕਰਨ। ਜੋ ਤੋੜੇ ਤੋਂ ਤੋੜੇ ਵਿੱਚ ਦਿਆਨਤਦਾਰ ਹੈ ਸੋ ਬਹੁਤ ਵਿੱਚ ਵੀ ਦਿਆਨਤਾਰ ਹੈ, ਅਤੇ ਜੋ ਤੋੜੇ ਤੋਂ ਤੋੜੇ ਵਿੱਚ ਬੇਈਮਾਨੀ ਹੈ ਬਹੁਤ ਵਿੱਚ ਵੀ ਬੇਈਮਾਨੀ ਹੈ। ਸੋ ਜੇ ਤੁਸੀਂ ਕੁਦਰਤ ਦੀ ਮਾਇਆ ਵਿੱਚ ਧਿਆਨਦਾਰ ਨਾ ਹੋਏ ਤਾਂ ਸੱਚਾ ਧਨ ਕੌਣ ਤੁਹਾਨੂੰ ਸੌਂਪੇਗਾ? ਔਰ ਜੇ ਤੁਸੀਂ ਪਰਾਏ ਮਾਲ ਵਿੱਚ ਦਿਆਨਤਦਾਰ ਨਾ ਹੋਏ ਤਾਂ ਤੁਹਾਡਾ ਆਪਣਾ ਹੀ ਕੌਣ ਤੁਹਾਨੂੰ ਦੇਵੇਗਾ? ਕੋਈ ਟਹਿਲੂਆ 2 ਮਾਲਕਾਂ ਦੀ ਟਹਿਲ ਨਹੀਂ ਕਰ ਸਕਦਾ, ਕਿਉਂ ਜੋ ਉਹ ਇੱਕ ਨਾਲ ਵੈਰ ਅਤੇ ਦੂਏ ਨਾਲ ਪ੍ਰੀਤ ਰੱਖੇਗਾ, ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਏ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ਰ ਅਤੇ ਮਾਇਆ ਦੋਹਾਂ ਦੀ ਸੇਵਾ ਨਹੀਂ ਕਰ ਸਕੋਗੇ। ਫਰੀਸੀਆਂ ਨੇ ਜਿਹੜੇ ਰੁਪਿਆਂ ਦੇ ਲੋਭੀ ਸਨ ਇਹ ਸਾਰੀਆਂ ਗੱਲਾਂ ਸੁਣੀਆਂ ਅਤੇ ਉਸ ਉੱਤੇ ਮਖੌਲ ਕਰਨ ਲੱਗੇ। ਉਸਨੇ ਉਹਨਾਂ ਨੂੰ ਆਖਿਆ ਕਿ ਤੁਸੀਂ ਉਹ ਹੋ ਜਿਹੜੇ ਮਨੁੱਖਾਂ ਦੇ ਅੱਗੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ, ਪਰ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ, ਕਿਉਂ ਜੋ ਮਨੁੱਖਾਂ ਦੇ ਵੇਖ ਕੇ ਲੇਕੇ ਉੱਤਮ ਹੈ ਜੋ ਪਰਮੇਸ਼ਰ ਦੀ ਦਰਗਾਹੇ ਕਿਨਾਉਣਾ ਹੈ। ਤੁਰੇਤ ਔਰ ਨਬੀ ਯੂਹੰਨਾ ਤਿੱਕਰ ਸਨ। ਉਸ ਵੇਲੇ ਤੋਂ ਪਰਮੇਸ਼ਰ ਦੇ ਰਾਜ ਦੀ ਖੁਸ਼ਖਬਰੀ ਸੁਣਾਈ ਜਾਂਦੀ ਹੈ ਅਤੇ ਹਰ ਕੋਈ ਜ਼ੋਰ ਮਾਰ ਕੇ ਉਸ ਵਿੱਚ ਵੜਦਾ ਹੈ। ਪਰ ਆਕਾਸ਼ ਅਤੇ ਧਰਤੀ ਦਾ ਟਲ ਜਾਣਾ ਤੁਰੇਤ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਸਹਿਜ ਹੈ। ਹਰੇਕ ਜੋ ਆਪਣੀ ਤੀਵੀ ਨੂੰ ਤਿਆਗ ਕੇ ਦੂਹੀ ਨੂੰ ਵਿਆਹੇ ਸੋ ਜਨਾ ਕਰਦਾ ਹੈ, ਅਤੇ ਜਿਹੜਾ ਕਸਮ ਦੀ ਤਿਆਗੀ ਹੋਈ ਤੀਵੀ ਨੂੰ ਵਿਆਹੇ ਉਹ ਜਨਾ ਕਰਦਾ ਹੈ। ਇੱਕ ਧਨਵਾਨ ਮਨੁੱਖ ਸੀ ਜੋ ਬੈਂਗਨੀ ਔਰ ਬਰੀਕ ਕੱਪੜਾ ਪਹਿਨਦਾ ਅਤੇ ਨਿਤ ਭੋਗ ਪਲਾਸ ਕਰਦਾ ਅਤੇ ਸਾਨ ਨਾਲ ਰਹਿੰਦਾ ਸੀ। ਔਰ ਲਾਜ਼ਰ ਨਾਉ ਦਾ ਇੱਕ ਕੰਗਾਲ ਫੜਿਆ ਫੋੜਿਆਂ ਨਾਲ ਭਰਿਆ ਹੋਇਆ ਉਹਦੀ ਡੇਉੜੀ ਦੇ ਅੱਗੇ ਸੁੱਟਿਆ ਪਿਆ ਹੁੰਦਾ ਸੀ। ਔਰ ਜਿਹੜੇ
ਚੁਰੇ ਪੁਰੇ ਉਸ ਧਨਵਾਨ ਦੀ ਮੇਜ਼ ਦੇ ਉੱਤੋਂ ਡਿੱਗਦੇ ਸਨ। ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆਣ ਕੇ ਉਹਦੇ ਫੋੜਿਆਂ ਨੂੰ ਚੱਟਦੇ ਸਨ। ਅਤੇ ਯੂੰ ਹੋਇਆ ਜੋ ਉਹ ਕੰਗਾਲ ਮਰ ਗਿਆ ਔਰ ਦੂਤਾਂ ਨੇ ਉਹਨੂੰ ਅਬਰਾਹਮ ਦੀ ਗੋਦ ਵਿੱਚ ਲੈ ਜਾ ਰੱਖਿਆ ਅਤੇ ਉਹ ਧਨਵਾਨ ਵੀ ਮਰਿਆ ਅਤੇ ਦੱਬਿਆ ਗਿਆ ਔਰ ਪਤਾਲ ਵਿੱਚ ਦੁਖੀ ਹੋ ਕੇ ਉਸਨੇ ਆਪਣੀਆਂ ਅੱਖੀਆਂ ਚੁੱਕੀਆਂ ਅਤੇ ਦੂਰੋਂ ਅਬਰਾਹਮ ਨੂੰ ਔਰ ਉਹਦੀ ਗੋਦ ਵਿੱਚ ਲਾਜ਼ਰ ਨੂੰ ਡਿੱਠਾ ਤਾਂ ਉਸਨੇ ਆਵਾਜ਼ ਮਾਰ ਕੇ ਕਿਹਾ, ਹੇ ਪਿਤਾ ਅਬਰਾਹਮ, ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਕੱਲ ਜੋ ਆਪਣੀ ਉਂਗਲ ਦਾ ਕੋਟਾ ਪਾਣੀ ਵਿੱਚ ਡੁਬੋ ਕੇ ਮੇਰੀ ਜੀਭ ਨੂੰ ਠੰਡੀ ਕਰੇ, ਕਿਉਂ ਜੋ ਮੈਂ ਇਸ ਲੰਬ ਵਿੱਚ ਕਲਪਦਾ ਹਾਂ। ਪਰ ਅਬਰਾਹਮ ਬੋਲਿਆ, ਬੱਚਾ, ਯਾਦ ਕਰ ਜੋ ਤੂੰ ਆਪਣੀ ਜਿਉਂਦੀ ਜੀ ਆਪਣੀਆਂ ਚੰਗੀਆਂ ਚੀਜ਼ਾਂ ਪਾ ਚੁੱਕਾ ਔਰ ਇਸੇ ਤਰ੍ਹਾਂ ਲਾਜ਼ਰ ਮੰਦੀਆਂ ਚੀਜ਼ਾਂ, ਪਰ ਹੁਣ ਉਹ ਇਤੋਂ ਸ਼ਾਂਤ ਪਾਉਂਦਾ ਅਤੇ ਤੂੰ ਕਲਪਦਾ ਹੈ ਔਰ ਇਸ ਤੋਂ ਬਾਅਦ ਸਾਡੇ ਅਤੇ ਤੁਹਾਡੇ ਵਿੱਚ ਇੱਕ ਵੱਡੀ ਕੰਡ ਪਈ ਹੈ ਤਾਂ ਜੋ ਉਹ ਜਿਹੜੇ ਇਤੋਂ ਤੁਹਾਡੇ ਕੋਲ ਪਾਰ ਲੰਘਣਾ ਚਾਹੁਣ ਉਹ ਨਾ ਲੰਘ ਸਕਣ, ਨਾ ਉਧਰੋਂ ਕੋਈ ਸਾਡੇ ਕੋਲ ਇਸ ਪਾਸੇ ਆਉਣ। ਤਾਂ ਉਸੇ ਆਖਿਆ, ਹੇ ਪਿਤਾ, ਤਦ ਮੈਂ ਤੇਰੀ ਮਿਹਨਤ ਕਰਦਾ ਹਾਂ ਜੋ ਤੂੰ ਉਹਨੂੰ ਮੇਰੇ ਪਿਓ ਦੇ ਘਰ ਭੇਜ, ਕਿਉਂਕਿ ਮੇਰੇ 5 ਭਰਾ ਹਨ, ਤਾਂ ਜੋ ਉਹ ਉਹਨਾਂ ਦੇ ਅੱਗੇ ਸਾਖੀ ਦੇਵੇ ਪਏ, ਕਿਤੇ ਉਹ ਵੀ ਇਸ ਕਸ਼ਟ ਦੇ ਤਾਂ ਵਿੱਚ ਨਾ ਆਉਣ। ਪਰ ਅਬਰਾਹਮ ਨੇ ਆਖਿਆ ਕਿ ਉਹਨਾਂ ਦੇ ਕੋਲ ਮੂਸਾ ਅਤੇ ਨਬੀ ਹਨ, ਉਹ ਉਹਨਾਂ ਦੀ ਸੁਣਨ। ਪਰ ਉਸ ਆਖਿਆ, ਨਾ ਜੀ ਹੈ ਪਿਤਾ ਅਬਰਾਹਮ, ਪਰ ਜੇ ਕੋਈ ਮੁਰਦਿਆਂ ਵਿੱਚੋਂ ਉਹਨਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ। ਪਰ ਉਹਨੇ ਉਸ ਨੂੰ ਕਿਹਾ, ਜੇ ਮੂਸਾ ਅਤੇ ਨਬੀਆਂ ਦੀ ਨਾ ਸੁਣਨ ਤਾਂ ਭਾਵੇਂ ਮੁਰਦਿਆਂ ਵਿੱਚੋਂ ਵੀ ਕੋਈ ਜੀ ਉੱਠੇ, ਪਰ ਉਹ ਨਾ ਮੰਨਣਗੇ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਕੁਝ ਦੀ ਕਿਤਾਬ ਅਧਿਆਇ 26, ਇਸ ਵਿੱਚ ਯਹੋਵਾ ਪਰਮੇਸ਼ਰ ਦੇ ਕਹਿਣੇ ਅਨੁਸਾਰ मूसा, हारून, नादाब सारे अपने इस्राएलियां दे 70 बुजुर्गां सने परमेश्वर दे उस सीनाई पहाड़ दे कोल जाके दूरों परमेश्वर ले बलिदान चढ़ा के मत्था टेकदे। सारे इस्राएल परमेश्वर दे सन्मुख ये वायदा दिंदी है कि असी तेरे कहने अनुसार ही करांगे। उस वक्त परमेश्वर उन्हां नूं ओदे चरनां दी दर्शन विखाउंदा। उसनूं वेख के सारे इसराएली हैरान हो जांदे। इन्हां गल्लां दे मगरों यहोवा परमेश्वर कहंदा है कि मूसा नूं ओदे कोल आवे ताकि परमेश्वर दे हत्थां दे लिखे होए उन्हां व्यवस्था दी पत्तरां नूं मूसा दे कोलों इस्राएल तक पहुंचावे। जद मूसा उस सीनाई पहाड़ उत्ते चढ़ के 6 दिन उड़ीकदे रहा। 7वां दिन परमेश्वर ओदे सन्मुख बदलां विच उतर आया। जद दूरों इस्राएल दे लोक वेखदे सन, उन्हां नूं उस पहाड़ उत्ते अग दी रोशनी दिखाई दे रही सी। पहला राजियां दी किताब अध्याय 18 दे विच आपां वेखदे हां, यहोवा परमेश्वर दे कहने अनुसार एलिया आहाब नूं दर्शन दिंदा। उत्ते परमेश्वर अग दे विच एलिया दे ले उत्तर दे के ओही परमेश्वर है करके आहाब नूं अते सारे इस्राएली प्रजा नूं साबित करदा। इन्हां गल्लां दे मगरों एलिया सारे बाल देवते दे नबियां नूं मार दिंदा। इस तो बाद एलिया दे कहने अनुसार परमेश्वर हुक्म दिंदा अते धरती उत्ते मींह वगदा।
ਜਬਰਾਂ ਦੀ ਪੋਥੀ 42 ਦੇ ਵਿੱਚ ਇਸ ਪ੍ਰਕਾਰ ਆਪਾਂ ਵੇਖਦੇ ਹਾਂ ਕਿ ਜਿਸ ਪ੍ਰਕਾਰ ਹਰਨੀ ਪਾਣੀ ਦੇ ਲਈ ਤਰਸਦੀ ਹੈ, ਉਸੇ ਪ੍ਰਕਾਰ ਯਹੋਵਾ ਦੇ ਲਈ ਤਰਸਦਾ ਹਾਂ। ਜਦ ਕਦੇ ਕੋਈ ਮੈਨੂੰ ਪੁੱਛਦੇ ਤੇਰਾ ਪਰਮੇਸ਼ਰ ਕਿੱਥੇ ਹੈ, ਤਾਂ ਮੈਂ ਆਪਣੇ ਮਨ ਵਿੱਚ ਵਿਆਕੁਲ ਹੋ ਜਾਂਦਾ ਅਤੇ ਮੈਂ ਉਹਨਾਂ ਨੂੰ ਮੇਰੇ ਪਰਮੇਸ਼ਰ ਦੇ ਦਰਸ਼ਨ ਵਿਖਾ ਕੇ ਸਾਬਤ ਕਰਨਾ ਚਾਹੁੰਦਾ ਹਾਂ। ਉਸ ਕਾਰਨ ਮੈਂ ਦੁਖੀ ਹੁੰਦਾ ਹਾਂ। ਫਿਰ ਵੀ ਮੇਰੇ ਮਨ ਨੂੰ ਮੈਂ ਆਖਦਾ ਹਾਂ, ਯਹੋਵਾ ਦੇ ਉੱਤੇ ਆਸ ਰੱਖ ਅਤੇ ਉਹਦੇ ਲਈ ਉਡੀਕ। ਲੂਕਾ ਦੀ ਇੰਜੀਲ ਅਧਿਆਇ 15 ਦੇ ਵਿੱਚ ਪ੍ਰਭੂ ਯਿਸੂ ਮਸੀਹ ਉਜਾੜ ਪੁੱਤਰ ਦੇ ਦ੍ਰਿਸ਼ਟਾਂਤ, ਗੁਆਚੇ ਹੋਏ ਪੇੜ ਦੀ ਦ੍ਰਿਸ਼ਟਾਂਤ ਅਤੇ ਗੁਆਚੇ ਹੋਏ ਉਸ ਸਿੱਕੇ ਦੀ ਦ੍ਰਿਸ਼ਟਾਂਤ ਦੇ ਰਾਹੀਂ ਇਹ ਸਿਖਾਉਂਦਾ ਹੈ ਕਿ ਜਦ ਕਦੇ ਇੱਕ ਪਾਪੀ ਆਪਣੇ ਪਾਪਾਂ ਤੋਂ ਤੋਬਾ ਕਰਕੇ ਪਰਮੇਸ਼ਰ ਵੱਲ ਮੁੜਦਾ, ਉੱਤੇ ਸਵਰਗ ਦੂਤਾਂ ਵੀ ਸਵਰਗ ਦੇ ਵਿੱਚ ਇੱਕ ਪਾਪੀ ਦੇ ਮੁੜਨ ਦੇ ਕਾਰਨ ਖੁਸ਼ੀਆਂ ਮਨਾਉਂਦੇ। ਜਦ ਕਦੇ ਵੀ ਇੱਕ ਪਾਪੀ ਪਰਮੇਸ਼ਰ ਦੇ ਚਰਨਾਂ ਵਿੱਚ ਆਵੇ, ਪਰਮੇਸ਼ਰ ਦੇ ਮਨ ਖੁਸ਼ ਹੋ ਜਾਂਦਾ। ਲੂਕਾ ਦੀ ਇੰਜੀਲ 16 ਦੇ ਵਿੱਚ ਪ੍ਰਭੂ ਯਿਸੂ ਮਸੀਹ ਧੰਨਵਾਨ ਦੇ ਮੁਖਤਿਆਰ ਦੇ ਗੱਲਾਂ ਨੂੰ ਲੈ ਕੇ ਇਹ ਆਪਾਂ ਨੂੰ ਸਿਖਾਉਂਦਾ ਹੈ ਕਿ ਜਿਸ ਪ੍ਰਕਾਰ ਉਹ ਆਪਣੇ ਕੰਮਾਂ ਨੂੰ, ਆਪਣੇ ਉਸ ਗੱਲਾਂ ਨੂੰ ਠਹਿਰਾਉਣ ਲਈ ਆਪਣੇ ਆਪ ਚਤੁਰਤਾਈ ਨਾਲ ਲੋਕਾਂ ਦੇ ਸਨਮੁਖ ਪ੍ਰਗਟ ਕਰਦਾ, ਤੁਸੀਂ ਉਸ ਪ੍ਰਕਾਰ ਪਰਮੇਸ਼ਰ ਦੇ ਰਾਜ ਨੂੰ, ਪਰਮੇਸ਼ਰ ਦੇ ਪ੍ਰਜਾ ਦੇ ਸਨਮੁਖ ਠਹਿਰਾਉਣ ਲਈ ਬਹੁਤ ਸਾਵਧਾਨ ਨਾਲ ਇਸ ਧਰਤੀ ਉੱਤੇ ਚੱਲਣਾ ਜ਼ਰੂਰੀ ਹੈ। ਨਾਲੇ ਇਹ ਸਿਖਾਉਂਦਾ ਹੈ ਕਿ ਤੁਸੀਂ ਪਰਮੇਸ਼ਰ ਦੇ ਉਹਨਾਂ ਵਚਨਾਂ ਨੂੰ ਸਿਖਾਉਣ ਤੋਂ ਨਾ ਡਰੋ। ਜਿਹੜਾ ਪ੍ਰਭੂ ਦੇ ਵਚਨਾਂ ਨੂੰ ਮੰਨ ਕੇ ਪ੍ਰਭੂ ਦੇ ਵਚਨਾਂ ਅਨੁਸਾਰ ਚੱਲੇਗਾ, ਉਹ ਸਦਾ ਦੇ ਜੀਵਨ ਨੂੰ ਪਾਵੇਗਾ। ਪਰ ਜਿਹੜਾ ਨਹੀਂ ਚੱਲਦਾ, ਉਹ ਉਸ ਧਨਵਾਨ ਵਰਗਾ ਨਰਕ ਦੇ ਅੱਗ ਦੇ ਵਿੱਚ ਪਛਤਾਵੇਗਾ। ਗਰੀਬੀ ਵੀ ਮੇਰੇ ਗੱਲਾਂ ਉਤੇ ਚਿੱਤ ਲਾਉਣ ਤਾਂ ਉਹ ਸਵਰਗ ਰਾਜ ਦੇ ਵਿੱਚ ਵੜਨਗੇ। ਜੇ ਧਨਵਾਨ ਹੋ ਕੇ ਵੀ ਮੇਰੇ ਗੱਲਾਂ ਉਤੇ ਚਿੱਤ ਨਾ ਲਾਵੇ ਤਾਂ ਉਹ ਔਖਾ ਹੀ ਮੇਰੇ ਰਾਜ ਵਿੱਚ ਵੜਨਗੇ। ਇਸ ਕਾਰਨ ਜਿਹੜਾ ਤੁਹਾਡੇ ਵਚਨਾਂ ਉਤੇ ਧਿਆਨ ਨਹੀਂ ਦਿੰਦਾ, ਉਹਨਾਂ ਉਤੇ ਧਿਆਨ ਨਾ ਕਰੋ, ਸਗੋਂ ਜਿਹੜੇ ਮੇਰੇ ਵਚਨਾਂ ਉਤੇ ਧਿਆਨ ਰੱਖਦੇ ਨੇ, ਉਹਨਾਂ ਨੂੰ ਮੇਰੇ ਵਚਨਾਂ ਨੂੰ ਪ੍ਰਚਾਰ ਕਰੋ, ਸਿਖਾਓ, ਤਾਂ ਕਿ ਉਹ ਮੇਰੇ ਰਾਹ ਉਤੇ ਚੱਲਣ। ਨਾ ਸਾਰੇ ਵਚਨਾਂ ਦੇ ਵਿੱਚ ਪ੍ਰਭੂ ਪਰਮੇਸ਼ਰ ਆਪਾਂ ਨੂੰ ਸਿਖਾਉਂਦਾ ਹੈ ਕਿ ਜਦ ਕਦੇ ਵੀ ਆਪਾਂ ਪ੍ਰਭੂ ਦੇ ਸਨਮੁਖ ਆਪਣੇ ਵਾਅਦਾ ਨੂੰ ਪੱਕਾ ਕਰਾਂਗੇ, ਉਦੋਂ ਪਰਮੇਸ਼ਰ ਆਪਣੇ ਆਪ ਨੂੰ ਆਪਣੇ ਵਿਚਕਾਰ ਪ੍ਰਗਟ ਕਰਵਾਵੇਗਾ। ਨਾਲੇ ਜਿਹੜਾ ਪ੍ਰਭੂ ਦੀ ਮਿਲਣ ਨੂੰ ਆਸ ਰੱਖਦਾ ਹੈ, ਉਹ ਕਦੇ ਕਿਸੇ ਦੇ ਸਨਮੁਖ ਵੀ ਸ਼ਰਮਿੰਦਗੀ ਨਹੀਂ ਹੋਵੇਗਾ। ਉਹਨੂੰ ਪਰਮੇਸ਼ਰ ਸਾਰੀ ਦੁਨੀਆ ਦੇ ਸਨਮੁਖ ਕੱਲਾ ਹੀ ਜਿੱਤ ਪ੍ਰਾਪਤ ਕਰਨ ਲਈ ਕਿਰਪਾ ਬਖਸ਼ੇਗਾ। ਪਾਪੀ ਵੀ ਪਰਮੇਸ਼ਰ ਦੇ ਸਨਮੁਖ ਮੁੜ ਕੇ ਆਵੇ ਤਾਂ ਪਰਮੇਸ਼ਰ ਉਹਨਾਂ ਨੂੰ ਕਬੂਲ ਕਰੇਗਾ। ਸੋ ਇਸ ਕਾਰਨ ਪ੍ਰਭੂ ਦੇ ਵਚਨਾਂ ਨੂੰ ਸਿਖਾਉਣ ਵਾਲਿਆਂ ਦੇ ਇੱਕ ਗੱਲ ਦੀ ਜ਼ਰੂਰਤ ਹੈ ਕਿ ਉਹ ਆਗਾਹਾਂ ਗਿਆਨ ਨਾਲ, ਬੁੱਧੀ ਨਾਲ ਪਰਮੇਸ਼ਰ ਦੇ ਵਚਨ ਨੂੰ ਸਿਖਾਉਣ ਦੇ ਵਿੱਚ ਵਧਦੇ ਜਾਵੇ। ਇਸ ਤੋਂ ਬਿਨਾ ਔਰ ਕੋਈ ਵੀ ਗੱਲਾਂ ਉਤੇ ਧਿਆਨ ਨਾ ਕਰੇ। ਸੋ ਪ੍ਰਭੂ ਦੇ ਪਿਆਰਿਓ, ਆਪਾਂ ਪ੍ਰਭੂ ਦੀ ਗੱਲਾਂ ਉਤੇ ਧਿਆਨ ਰੱਖਦੇ ਹੋਏ ਉਹਦੇ ਸੁਸਮਾਚਾਰਾਂ ਨੂੰ, ਪਰਮੇਸ਼ਰ ਦੇ ਨਾਮ ਨੂੰ ਲੈ ਕੇ ਪ੍ਰਚਾਰ ਕਰਾਂਗੇ। ਜੋ ਚੁਣੇ ਹੋਏ ਨੇ ਉਹੀ ਬਚਾਇਆ ਜਾਣਗੇ। ਇਸ ਗੱਲ ਉਤੇ ਧਿਆਨ ਰੱਖੋ। ਪ੍ਰਭੂ ਤੁਹਾਨੂੰ ਨਾ ਸਾਰੇ ਵਚਨਾਂ ਦੇ ਰਾਹੀਂ ਆਸੀਸ ਦੇਵੇ। ਜੈ ਮਸੀਹ ਦੀ। ਗॉड ब्लेस यू।